Good morning, students. ਆਪਣੇ ਵਿੱਚੋਂ ਕੁਝ ਸਟੂਡੈਂਟਸ ਦੀਆਂ ਪ੍ਰੋਬਲਮ ਸੀਗੀਆਂ ਕਿ ਇਕੁਏਸ਼ਨਸ ਆਫ ਮੋਸ਼ਨ ਨੂੰ ਕਿਵੇਂ ਡਿਰਾਈਵ ਕਰਦੇ ਆ ਆਪਾਂ ਜਾਂ ਪੇਪਰ ਦੇ ਵਿੱਚ ਆਪਾਂ ਨੂੰ ਕੁਐਸਚਨ ਕੀ ਆਊਗਾ ਕਿ ਰਿਗਾਰਡਿੰਗ ਇਕੁਏਸ਼ਨਸ ਆਫ ਮੋਸ਼ਨ the equations of motion you have to derive the whole equation of motion. For example, paper ਦੇ ਵਿੱਚ ਤੁਹਾਨੂੰ ਕਹਤਾ ਕਿ v is equals to u plus at derive ਕਰੋ ਤਾਂ you will follow the same procedure and find out the formula, derive it properly. ਤਾਂ equations of motion ਨੂੰ derive ਕਰਨ ਵਾਸਤੇ ਬੇਟਾ first of all ਆਪਾਂ ਕੀ ਕਰਨਾ ਹੈਗਾ, we will draw a graph. graph ਦੇ ਵਿੱਚ ਜਿਹੜਾ ਆਪਣੇ ਕੋਲ a b part ਹੈ, ਇਹ ਆਪਾਂ ਨੂੰ ਕੀ ਦੱਸਦਾ ਪਿਆ ਹੈਗਾ ਕਿ ਪਾਰਟੀਕਲ ਦੀ ਪਹਿਲਾਂ ਵੈਲੋਸਿਟੀ ਕੀ ਸੀਗੀ u ਐਂਡ ਆਫਟਰ ਸਮ ਟਾਈਮ t, ਇੰਨੇ ਟਾਈਮ t ਦੇ ਬਾਅਦ ਜਦੋਂ c ਪੁਆਇੰਟ ਤੱਕ ਆਪਣੇ ਕੋਲ ਟਾਈਮ ਇੰਟਰਵਲ ਹੋ ਜਾਂਦਾ ਹੈ, ਇਸ ਪਾਰਟੀਕਲ ਦੀ ਵੈਲੋਸਿਟੀ ਕੀ ਹੋ ਜਾਂਦੀ ਹੈ v. ਤਾਂ ਗ੍ਰਾਫ ਦੇ ਵਿੱਚ ਜਿਹੜਾ a ਉਹ ਹਿੱਸਾ ਹੈਗਾ, a b ਪਾਰਟ ਆ ਸੌਰੀ, ਉਹ ਆਪਣੇ ਕੋਲ ਕੀ ਹੈ, ਇੱਕ ਆਪਾਂ ਨੂੰ ਚੇਂਜ ਦੱਸਦਾ ਹੈਗਾ ਵੈਲੋਸਿਟੀ ਦੇ ਵਿੱਚ ਵਿਦ ਰਿਸਪੈਕਟ ਟੂ ਟਾਈਮ. ਠੀਕ ਹੈ, ਤਾਂ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ we will derive the first equation v equals to u plus at. derive ਕਰਨ ਵਾਸਤੇ ਆਪਾਂ ਕੀ ਕਰਾਂਗੇ, we will come to the definition of acceleration. acceleration ਕੀ ਹੁੰਦਾਗਾ, change in velocity over time taken. ਤਾਂ change ਕਿੰਨੀ ਆਈ ਹੈ velocity ਦੇ ਵਿੱਚ, ਉਹਨੂੰ ਆਪਾਂ ਕਿੱਥੋਂ ਸ਼ੋ ਕਰਾਂਗੇ, ਗ੍ਰਾਫ ਦੇ ਵਿੱਚ ਆਪਣੇ ਕੋਲ ਜਿਹੜਾ bd ਪਾਰਟ ਹੈ, ਇਹ ਆਪਾਂ ਨੂੰ ਕੀ ਦੱਸਦਾਗਾ ਕਿ change ਕਿੰਨੀ ਆਈ ਹੈ. ਪਹਿਲਾਂ ਜਿਵੇਂ ਪਾਰਟੀਕਲ ਦੀ ਵੈਲੋਸਿਟੀ ਸੀ u, ਬਾਅਦ ਚੋਂ v ਹੋ ਗਈ, ਤਾਂ ਇਥੋਂ ਗ੍ਰਾਫ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਚੇਂਜ ਕਿੰਨੀ ਆਈ ਹੈ. ਫੋਰ ਐਗਜ਼ਾਮਪਲ ਇੱਥੇ ਇਨੀਸ਼ੀਅਲ ਵੈਲੋਸਿਟੀ ਆਪਣੀ 10 ਹੋਵੇ, ਫਾਈਨਲ 20, ਤਾਂ ਆਪਾਂ ਡਿਫਰੈਂਸ ਲੈ ਕੇ ਦੱਸ ਸਕਦੇ ਹਾਂ ਕਿ 10 ਜਿਹੜੀ ਹੈਗੀ ਆਪਣੇ ਕੋਲ ਚੇਂਜ ਆਈ ਹੈ ਵੈਲੋਸਿਟੀ ਦੇ ਵਿੱਚ. ਠੀਕ ਹੈ, ਤਾਂ ਆਪਾਂ ਕੀ ਕੀਤਾ, we have written acceleration is equals to bd, ਮਤਲਬ ਚੇਂਜ ਕਿੰਨੀ ਆਈ ਹੈ ਵੈਲੋਸਿਟੀ ਦੇ ਵਿੱਚ ਤੇ ਕਿੰਨਾ ਟਾਈਮ ਲੱਗਿਆ ਉਹਨੂੰ. ਟਾਈਮ ਦਾ ਆਪਾਂ ਨੂੰ ਕਿੱਥੋਂ ਪਤਾ ਲੱਗਦਾ, AD ਪਾਰਟ ਤੋਂ. ਜਿਹੜਾ ਆਪਣੇ ਕੋਲ AD ਪਾਰਟ ਹੈ, this is equal to OC, ਤਾਂ ਆਪਾਂ ਇਹ ਵੀ ਲਿਖ ਸਕਦੇ ਹਾਂ BD is over OC. ਠੀਕ ਹੈ, OC ਤੇ AD ਜਿਹੜੀ ਹੈਗੀ ਆ ਉਹ ਕਿਹਨੂੰ ਰਿਪਰੈਜ਼ੈਂਟ ਕਰਦੇ ਆ, ਟਾਈਮ ਇੰਟਰਵਲ ਨੂੰ, ਤਾਂ ਆਪਾਂ ਇਹਦੀ ਜਗ੍ਹਾ ਦੇ ਉੱਪਰ ਕੀ ਲਿਖ ਲਿਆ, T. ਨਾਓ ਕ੍ਰਾਸ ਮਲਟੀਪਲਾਈ ਕਰਕੇ ਆਪਣੇ ਕੋਲ BD ਦੀ ਵੈਲਿਊ ਕੀ ਆ ਗਈ, 80. ਇਹਨੂੰ ਆਪਾਂ ਇਕੁਏਸ਼ਨ 1 ਦੇ. ਠੀਕ ਹੈ, after that now come again to the diagram. ਆਪਣੇ ਕੋਲ ਜਿਹੜੀ ਡਾਇਗਰਾਮ ਆਪਾਂ ਗ੍ਰਾਫ ਬਣਾਇਆ ਹੋਇਆ ਹੈਗਾ, ਧਿਆਨ ਨਾਲ ਦੇਖੋ, ਜਿਹੜਾ BC ਪਾਰਟ ਆ, BC ਪਾਰਟ ਕਿਹਨੂੰ ਰਿਪਰੈਜ਼ੈਂਟ ਕਰਦਾ ਹੈਗਾ, ਸਾਰੇ ਦੇ ਸਾਰੇ ਹਿੱਸੇ ਨੂੰ ਵੀ ਰਿਪਰੈਜ਼ੈਂਟ ਕਰਦਾ ਹੈਗਾ. we can split BC, ਆਪਾਂ BC ਜਿਹੜਾ ਹੈਗਾ ਹਿੱਸਾ, ਇਹਨੂੰ ਤੋੜ ਕੇ ਕੀ ਲਿਖ ਸਕਦੇ ਹਾਂ, we can write it as BC is equals to BD plus DC. ਇਹਨਾਂ ਤੇ ਇਹਨਾਂ ਪਾਰਟ ਮਿਲ ਕੇ ਪੂਰਾ ਕੀ ਬਣਾਉਂਦੇ ਆ, BC ਬਣਾਉਂਦੇ. ਓਕੇ, so we have written BC is equals to BD plus DC. ਆਪਾਂ ਨੂੰ BD ਦੀ ਵੈਲਿਊ ਚਾਹੀਦੀ ਹੈ, ਤਾਂ ਆਪਾਂ ਕੀ ਕੀਤਾ, BD ਦੀ ਵੈਲਿਊ ਕੱਢੀ BC minus DC. ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਪਤਾ ਗ੍ਰਾਫ ਦੇ ਅਕੋਰਡਿੰਗ ਜਿਹੜਾ BC ਪਾਰਟ ਆ ਆਪਣੇ ਕੋਲ, this part whole represents the final velocity v. okay, and ਆਪਣੇ ਕੋਲ ਜਿਹੜਾ DC ਪਾਰਟ ਹੈ, ਇਹ ਕਿਹਨੂੰ ਰਿਪਰੈਜ਼ੈਂਟ ਕਰਦਾ, ਇਨੀਸ਼ੀਅਲ ਵੈਲੋਸਿਟੀ u. ਤਾਂ ਆਪਾਂ ਇਹਦੀ ਜਗ੍ਹਾ ਦੇ ਉੱਤੇ ਟਰਮਸ ਪੁੱਟ ਕਰਤੀਆਂ p minus u. ਇਹਨੂੰ ਸੈਕੰਡ ਇਕੁਏਸ਼ਨ ਆਪਾਂ ਦੇ. ਹੁਣ ਇਹ ਜਿਹੜੀ BD ਦੀ ਵੈਲਿਊ ਆ ਸੈਕੰਡ ਵਾਲੀ, ਇਹਨੂੰ ਆਪਾਂ ਜਦੋਂ ਇੱਥੇ ਪੁੱਟ ਕਰਾਂਗੇ, we will find out the equation v minus u is equals to 80. okay, ਹੁਣ ਆਪਾਂ ਕੀ ਕਰਨਾ ਹੈਗਾ, ਆਪਾਂ ਇਸੇ ਗ੍ਰਾਫ ਦੇ ਉੱਪਰੋਂ ਆਪਣਾ ਜਿਹੜਾ ਸੈਕੰਡ ਇਕੁਏਸ਼ਨ ਆ, ਜਿਹਦੇ ਵਿੱਚ ਡਿਸਟੈਂਸ ਜਿਹੜਾ ਹੈਗਾ ਉਹ ਕਾਦੇ ਡਿਸਪਲੇਸਮੈਂਟ ਜਿਹੜੀ ਹੈਗੀ ਆ ਉਹ ਬਰਾਬਰ ਹੁੰਦੀ ਆ ut plus half at ਸਕੁਅਰ ਦੇ, ਇਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਆਪਾਂ ਕੀ ਕਰਾਂਗੇ, we will follow the same graph. ਗ੍ਰਾਫ ਦੇ ਵਿੱਚ ਜਿਹੜਾ ਏਰੀਆ ਹੁੰਦਾ ਹੈਗਾ below this line, ਠੀਕ ਹੈ, ਗ੍ਰਾਫ ਦੇ ਵਿੱਚ ਜਿਹੜੀ ਆਪਾਂ ਲਾਈਨ ਡਰਾ ਕੀਤੀ ਹੈ, ਇਹਦੇ ਬਿਲੋ ਜਿੰਨਾ ਵੀ ਏਰੀਆ ਹੁੰਦਾ, ਇਹ ਆਪਾਂ ਨੂੰ ਕੀ ਦੱਸਦਾ ਹੈਗਾ, ਡਿਸਪਲੇਸਮੈਂਟ ਜਾਂ ਡਿਸਟੈਂਸ ਕਵਰਡ ਕਿੰਨਾ ਹੋਇਆ ਪਾਰਟੀਕਲ ਦਾ. ਤਾਂ ਆਪਾਂ ਇਸ ਚੀਜ਼ ਨੂੰ ਕੈਲਕੂਲੇਟ ਕਰਨ ਵਾਸਤੇ ਕੀ ਕਰਾਂਗੇ, ਆਪਾਂ ਇਸ ਰੀਜਨ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰ ਲਿਆ. ਇੱਕ ਤਾਂ ਕੀ ਆਪਣੇ ਕੋਲ ਰੈਕਟੈਂਗਲ ਤੇ ਉੱਪਰ ਆਪਣੇ ਕੋਲ ਕੀ ਬਣਦੀ ਪਈ ਹੈ, ਟ੍ਰਾਇੰਗਲ. ਤਾਂ ਆਪਾਂ ਕੀ ਕੀਤਾ, we have written S is equals to area under the graph, that is ਗ੍ਰਾਫ ਦੇ ਜਿਹੜੇ ਏਰੀਆ ਹੈਗਾ ਉਹਨੂੰ ਆਪਾਂ ਤੋੜ ਕੇ ਲਿਖ ਲਿਆ ਏਰੀਆ ਆਫ ਰੈਕਟੈਂਗਲ
and area of triangle. ਜਿਹੜੀ ਆਪਣੇ ਕੋਲ rectangle ਬਣਦੀ ਪਈ ਹੈ, this is the rectangle. Rectangle ਦਾ area ਕੀ ਹੁੰਦਾ? Length into breadth. So we will write it as OA into OC. Okay. Then ਆਪਣੇ ਕੋਲ second part is area of triangle. The area of triangle ਆਪਾਂ ਕੀ ਲਿਖਾਂਗੇ? Triangle ਦਾ area ਕੀ ਹੁੰਦਾ? Half of base into perpendicular. ठीक है, तो आप की करेंगे हाफ ऑफ बेस इज AD एंड परपेंडिकुलर दी वैल्यू की आपने को BD. जिवें कि आप पहले ऊपर सॉल्व किया है, BD इज इक्वल्स टू की है 80, तो आप BD दी वैल्यू 80 पुट कर देंगे. जिहड़ा AD पार्ट है ग्राफ दे विच दैट इज इक्वल्स टू T. OA जिहड़ा पार्ट है दस रिप्रेजेंट्स द इनिशियल वेलोसिटी U इनटू OC अगेन इज time interval T. We found the formula S is equals to UT plus half A T square. तो इस तरीके ਨਾਲ ਆਪਣੇ ਕੋਲ second equation बन. Okay. First equation was B minus U is equals to AT and second equation was S is equals to UT plus half A T square. Okay. Now we will derive the third equation of motion, that is V square minus U square is equals to 2AS. ਹੁਣ ਆਪਾਂ ਥਰਡ ਇਕੁਏਸ਼ਨ ਨੂੰ ਡਿਰਾਈਵ ਕਰਨ ਵਾਸਤੇ we will follow the same procedure ਕਿ ਆਪਣੇ ਕੋਲ distance covered ਜਿਹੜਾ ਹੈਗਾ ਉਹ ਕਾਹਦੇ ਬਰਾਬਰ ਹੁੰਦਾ ਹੈ? ਏਰੀਆ ਅੰਡਰ ਦਾ ਗ੍ਰਾਫ ਕਿੰਨਾ ਆਪਣੇ ਕੋਲ. ਇਸ ਚੀਜ਼ ਨੂੰ ਆਪਾਂ ਡਿਰਾਈਵ ਕਰਨ ਵਾਸਤੇ ਆਪਾਂ ਕੀ ਕੀਤਾ? ਪਹਿਲਾਂ ਆਪਾਂ ਇਸ ਜਿਹੜੀ ਹੈਗੀ ਆ ਫਿਗਰ ਨੂੰ ਦੋ ਹਿੱਸਿਆਂ 'ਚ ਡਿਵਾਈਡ ਕੀਤਾ ਸੀ, ਟ੍ਰਾਇੰਗਲ ਤੇ ਰੈਕਟੈਂਗਲ 'ਚ. ਹੁਣ ਆਪਾਂ ਇਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਨ ਦੀ ਬਜਾਏ ਆਪਾਂ ਕੀ ਕਰਾਂਗੇ? ਇਹਨੂੰ ਇੱਕ ਹੀ ਜਿਹੜੀ ਡਾਇਗਰਾਮ ਆ ਕੰਸੀਡਰ ਕਰਾਂਗੇ. ਤਾਂ ਇਹ ਕਿਹੜੀ ਡਾਇਗਰਾਮ ਬਣਦੀ ਹੈ ਆਪਣੇ ਕੋਲ? ਮੈਥ ਦੇ ਵਿੱਚ ਟ੍ਰਪੇਜ਼ੀਅਮ ਬਣਦੀ ਹੈ. ਟ੍ਰਪੇਜ਼ੀਅਮ ਦੇ ਦੋ ਸਾਈਡਸ ਪੈਰਲਲ ਹੁੰਦੀਆਂ ਹੈਗੀਆਂ ਐਂਡ ਦੋ ਸਾਈਡਸ ਨਾਨ ਪੈਰਲਲ ਹੁੰਦੀਆਂ. ਤੇ ਏਰੀਆ ਆਫ ਟ੍ਰਪੇਜ਼ੀਅਮ ਕੀ ਹੁੰਦਾ? ਸਮ ਆਫ ਪੈਰਲਲ ਸਾਈਡਸ ਇਨਟੂ ਹਾਈਟ ਕਿੰਨੀ ਆ ਆਪਣੇ ਕੋਲ ਜਾਂ ਪਰਪੈਂਡੀਕੂਲਰ ਕਿੰਨਾ. ਠੀਕ ਹੈ, ਤਾਂ ਆਪਾਂ ਸੇਮ ਜਦੋਂ ਲਾਇਆ ਫਾਰਮੂਲਾ ਵੀ ਗੈਟ ਹਾਫ ਆਫ पैरेलल साइड्स किहड़ियां बनदियां? BC एंड AO. ते हाइट कितनी बनती है अपने को? OC. ओके. BC जिहड़ी हैगी है वो रिप्रेजेंट करदी है U नू, AO BC सॉरी V नू, AO U नू, OC जिहड़ी हैगी है अपने को काहदे बराबर है? T दे बराबर. ठीक है. ਹੁਣ ਆਪਾਂ ਫਸਟ ਇਕੁਏਸ਼ਨ ਜਿਹੜੀ ਹੈਗੀ ਹੈ ਸੋਲਵ ਕੀਤੀ ਹੈ, V minus U is equals to AD. इथों आप T की वैल्यू कैलकुलेट करांगे तो की बन जूगी? V minus U by A. ओके. T की जगह के ऊपर आप T की वैल्यू पुट करती. दिस इज इक्वल्स टू V plus U. हुण मैथ दे विच अपने कोल फार्मूला हुंदा है A plus B A minus B is equals to A square minus B square. तो अपने को सेम आइडेंटिटी इत्थे बनदी है A plus B A minus B is equals to A square minus B square. नीचे वाली टर्म्स को आप मल्टीप्लाई करके लिखता 2A. Now cross multiply these terms, so we will get V square minus U square is equals to 2AS. तो इथों अपने को थर्ड इक्वेशन ऑफ मोशन जी है कि derive होगी. Okay, thank you. If there is still any doubt, you can discuss with me personally on my WhatsApp number. Okay.